सतनाम श्री वाहिगुरु साहिब जी। किरपा करो दीन के दाते, मेरा गुण अवगुण न विचारो कोई। माटी का क्या धोपै स्वामी, मानस की गत एही। फिरत फिरत प्रभ आया, परया तो शरणाए। नानक की प्रभ बेनती, अपनी भगति लाए। हम अवगुण भरे एक गुण नाही, अमृत छाड़ बिख बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तिह मिलंत जम त्रास मिटाई। एक अरदास भाट कीरत की, गुर रामदास राखो शरणाई। एक अरदास भाट कीरत की, गुर रामदास राखो शरणाई। बेशुमार अथाह अगनत अतुल, ज्यों बुलावो त्यों नानक दास बोलै। ज्यों बुलावो त्यों नानक दास बोलै। मूक ऊचरै शास्त्र खट, पिंग गिरन चढ़ जाए। अंध लखै बदरो सुनै, जो काल कृपा कराए। कहाँ बुद्ध प्रभ तुच्छ हमारी, वर्ण सकै महिमा जो तिहारी। हम न सकत प्रभ सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। सब ते उत्तम हर की कथा, नाम सुनत दर्द दुख लथा। नाम की महिमा संत हृद वसै, संत प्रताप दुख सब नसै। संत का संग बड़ भागी पाईऐ, संत की सेवा नाम ध्याई है। नाम तुल कछ अवर ना होए, नानक गुरमुख नाम पावै जन कोय। नाम तुल कछ अवर ना होए, नानक गुरमुख नाम पावै जन कोय। खंडां ब्रह्मंडां दे मालक, दसां गुरु साहिबाना की जागत जोत, शब्द गुरु धन धन साहिब श्री गुरु ग्रंथ साहब महाराज पातशाह की गोद का अमृत वेले का आनंद माणते हुए बड़े भागां वाले गुरसिख माई भाई कलगी वाले पातशाह मर्द अगंबड़े सतगुरु धन धन साहिब श्री गुरु गोबिंद सिंह साहब महाराज जी के पावन पवित्र अस्थानां ते सिदकी सिख भाई गुलाब सिंह जी निस्तारा अस्थान गुरुद्वारा भोरा साहब पातशाही दसवीं अपनी जिंदगी के समय सवासां नूं सफले करते हुए पातशाह के दर घर दे नाल जुड़ते हुए बड़भागे गुरसिख माई भाई सतगुरां दे प्यार विच रसना पवित्र करो जी। हाजरियां लवाउणियां करो। आखो जी वाहिगुरु जी का खालसा वाहिगुरु जी की फतेह। सतगुर जी रहमत करन किरपा करन। जो जन्मां जन्मां दी जीव आत्मा परमात्मा नालों टुट चुकी है विछड़ चुकी है
ਤੇ ਉਹ ਆਤਮਾ ਕਰਕੇ ਅਸੀਂ ਕਦੇ ਗੁਰੂ ਦੀ ਬਾਣੀ ਨੂੰ ਜਪ ਜਪ ਕੇ, ਗੁਰੂ ਦੇ ਚਰਨਾਂ ਦੇ ਨਾਲ ਜੁੜ ਜੜ ਕੇ, ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ। ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲੋਂ ਵਿਛੜ ਕੇ ਜੀਵ ਦੁਖੀ ਹੋ ਰਿਹਾ ਹੈ, ਵਿਆਕਲ ਹੋ ਰਿਹਾ ਹੈ, ਬੇਚੈਨ ਹੋ ਰਿਹਾ ਹੈ। ਜਿਵੇਂ ਜਿਵੇਂ ਗੁਰੂ ਦੇ ਚਰਨਾਂ ਨਾਲ ਜੁੜਦਾ ਜਾਵੇਗਾ, ਇਹ ਰੱਬੀ ਹੁਕਮ ਵਿੱਚ ਆਉਣਾ ਸ਼ੁਰੂ ਕਰ ਦੇਵੇਗਾ। ਪਰਮਾਤਮਾ ਦੇ ਭਾਣੇ ਵਿੱਚ, ਪਰਮਾਤਮਾ ਦੀ ਰਜ਼ਾ ਵਿੱਚ ਇਹਦੇ ਅੰਤਰ ਆਤਮੇ ਆਪ ਮੁਹਾਰੇ ਮੁਖ ਤੋਂ ਨਿਕਲਣਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੱਚ ਜਾਣੋ, ਜਿਹੜੇ ਗੁਰੂ ਦੇ ਸਚਿਆਰ ਸਿੱਖ ਨੇ, ਗੁਰੂ ਨਾਲ ਸੱਚਾ ਪਿਆਰ ਹੈ, ਗੁਰੂ ਦੇ ਭੈ ਵਿੱਚ, ਗੁਰੂ ਦੇ ਪਿਆਰ ਵਿੱਚ ਜਿਉਣ ਵਾਲੇ ਮਾਈ ਭਾਈ ਸਚਿਆਰ ਸਿੱਖ, ਉਹ ਕੁਛ ਵੀ ਹੋ ਜਾਵੇ, ਉਹਨਾਂ ਦੇ ਬਿਲਕੁਲ ਮਨ ਦੇ ਉਲਟ ਗੱਲਾਂ ਹੋਈ ਜਾਣ, ਇਹ ਸਚਾਈ ਹੈ। ਉਹ ਕਦੇ ਵੀ ਆਪਣੇ ਪਿਆਰੇ ਪ੍ਰਮਾਤਮਾ ਨੂੰ ਉਲਾਂਭਾ ਨਹੀਂ ਦੇਣਗੇ, ਕਦੇ ਗਿਲਾ ਸ਼ਿਕਵਾ ਨਹੀਂ ਕਰਨਗੇ। ਉਹ ਕਦੇ ਵੀ ਪਰਮਾਤਮਾ ਦੇ ਪ੍ਰਥਾਏ ਗੁੱਸੇ ਨਹੀਂ ਹੋਣਗੇ। ਉਹਨਾਂ ਦੇ ਅੰਦਰੋਂ ਇਹ ਨਿਕਲੇਗਾ, ਮੇਰਾ ਗੁਰੂ ਸਮਰੱਥ ਹੈ, ਮੇਰਾ ਗੁਰੂ ਸਰਬ ਸ਼ਕਤੀਮਾਨ ਹੈ, ਮੇਰਾ ਗੁਰੂ ਮੇਰੇ ਪ੍ਰਥਾਏ ਕਦੇ ਬੁਰਾ ਨਹੀਂ ਸੋਚਦਾ। ਸੱਚ ਹੈ, ਕਦੇ ਵੀ ਗੁਰੂ ਆਪਣੇ ਸਿੱਖ ਦੇ ਪ੍ਰਥਾਏ ਬੁਰਾ ਨਹੀਂ ਸੋਚਦਾ। ਬੁਰਾ ਭਲਾ ਤਾਂ ਸਾਡੇ ਕਰਮ ਨੇ। ਮਹਾਰਾਜ ਦੱਸੀ ਜਾਂਦੇ ਨੇ ਵੀ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਤੈਨੂੰ ਹੀ ਭੁਗਤਣਾ ਪੈਣਾ, ਪਰਮਾਤਮਾ ਨੂੰ ਦੋਸ਼ ਨਾ ਦੇਈ। ਅੱਜ ਅੰਮ੍ਰਿਤ ਵੇਲੇ ਮੈਂ ਸੋਚ ਰਿਹਾ ਸੀ ਵੀ ਵੇਖੋ, ਅੰਮ੍ਰਿਤ ਵੇਲੇ ਜਾਗਣਾ ਬੜੀ ਚੰਗੀ ਗੱਲ ਹੈ। ਜੇ ਤਾਂ ਜਾਗਿਆ ਗੁਰੂ ਦੇ ਪਿਆਰ ਵਿੱਚ, ਫਿਰ ਤਾਂ ਸੁੱਖ ਹੀ ਸੁੱਖ ਹੈ। ਜੇ ਅੰਮ੍ਰਿਤ ਵੇਲੇ ਜਾਗ ਕੇ ਨਿਸ਼ਾਨਾ ਕੋਈ ਬੁਰੇ ਕਰਮ ਦਾ ਹੈ, ਫਿਰ ਸੁੱਖ ਨਹੀਂ ਹੈਗਾ। ਉਹਦੇ ਨਾਲੋਂ ਸੁੱਤਾ ਰਹਿ, ਜਾਗਣ ਦੀ ਲੋੜ ਨਹੀਂ ਹੈ। ਸੌਣ ਦਾ ਲਾਭ ਹੈ। ਫਿਰ ਜੇ ਅੰਮ੍ਰਿਤ ਵੇਲੇ ਜਾਗ ਕੇ ਬੁਰੇ ਪਾਸੇ ਜਾਣਾ ਹੈ, ਗਲਤ ਥਾਂ ਤੇ ਜਾਣਾ ਹੈ, ਉਹਦਾ ਰਿਜ਼ਲਟ ਪੱਕਾ ਭੋਗਣਾ ਪਊਗਾ। ਉਹਦੇ ਨਾਲੋਂ ਸੁੱਤੇ ਰਹੋ, ਉਹਦੇ ਨਾਲੋਂ ਕੋਈ ਲੋੜ ਨਹੀਂ ਜਾਗਣ ਦੀ। ਜੇ ਮਾੜੇ ਪਾਸੇ ਜਾਣਾ ਨਾ, ਫਿਰ ਨਾ ਜਾਗੋ। ਇਸ ਤਰ੍ਹਾਂ ਗੁਰੂ ਕਿਵੇਂ ਆਪਣੇ ਸਿੱਖ ਬਾਰੇ ਬੁਰਾ ਸੋਚ ਸਕਦਾ ਹੈ? ਆਪਾਂ ਬੱਚਿਆਂ ਦੇ ਮਾਪੇ ਆ, ਜਿਹੜੇ ਲਾਇਕ ਬੱਚੇ ਨੇ ਉਹਨਾਂ ਬਾਰੇ ਤਾਂ ਮਾਂ ਪਿਓ ਦੇ ਅੰਦਰ ਇਉਂ ਹੀ ਨਹੀਂ ਭਾਵਨਾ ਆਉਂਦੀ ਵੀ ਕਦੇ ਬੱਚਿਆਂ ਦੀ ਉਹ ਬੁਰੀ ਸੋਚ ਰੱਖੇ, ਬੱਚਿਆਂ ਦੇ ਪ੍ਰਥਾਏ ਜਾਂ ਬੱਚਿਆਂ ਦਾ ਬੁਰਾ ਮੰਗੇ। ਦਿਨ ਰਾਤ ਮਾਪੇ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਮੇਰੇ ਬੱਚਿਆਂ ਨੂੰ ਤਰੱਕੀਆਂ ਬਖਸ਼ੀ, ਤੰਦਰੁਸਤੀਆਂ ਬਖਸ਼ੀ, ਲੰਮੀਆਂ ਉਮਰਾਂ ਬਖਸ਼ੀ, ਮੇਰਾ ਪਰਿਵਾਰ ਚੜ੍ਹਦੀ ਕਲਾ ਵਿੱਚ ਜਾਵੇ। ਆਪਾਂ ਮਾਪੇ ਹੋਣ ਦੇ ਨਾਤੇ ਇਹੋ ਹੀ ਆਖਦੇ ਆ। ਇਹ ਤੋਂ ਅਗਲਾ ਪੁਆਇੰਟ, ਜੇ ਬੱਚਾ ਕਿਤੇ ਨਲਾਇਕ ਵੀ ਨਿਕਲ ਜੇ ਨਾ, ਨਲਾਇਕ, ਫਿਰ ਵੀ ਮਾਂ ਪਿਓ ਦੇ ਅੰਦਰ ਇੱਕ ਆਸ ਹੁੰਦੀ ਹੈ ਵੀ ਕੋਈ ਨਹੀਂ, ਅਜੇ ਨਿਆਣਾ ਹੈ, ਅਜੇ ਬੱਚਾ ਹੈ, ਵੱਡਾ ਹੋਇਆ ਆਪੀ ਸਮਝ ਜੂ। ਉਹਦੇ ਪ੍ਰਥਾਏ ਵੀ ਮਾਂ ਪਿਓ ਬੁਰਾ ਨਹੀਂ ਸੋਚਦਾ। ਮਾਂ ਪਿਓ ਨੂੰ ਪਤਾ ਹੁੰਦਾ ਇਹ ਗਲਤ ਹੈ, ਇਹ ਬੁਰਾ ਹੈ, ਪਰ ਫਿਰ ਵੀ ਮਾਂ ਪਿਓ ਦੇ ਅੰਦਰ ਆਪਣੀ ਔਲਾਦ, ਆਪਣੇ ਬੱਚਿਆਂ ਦੇ ਪ੍ਰਥਾਏ ਬੁਰੀ ਸੋਚ ਨਹੀਂ ਆਉਂਦੀ। 1% ਹੈ, 1% ਜਦੋਂ ਨੱਕੋਂ ਪਾਣੀ ਲੰਘ ਜੇ, ਭਾਵ ਮਾਪਿਆਂ ਨੇ ਸਮਝਾ ਵੀ ਲਿਆ, ਰਿਸ਼ਤੇਦਾਰਾਂ ਨੇ ਵੀ ਸਮਝਾ ਲਿਆ, ਬੱਚਾ ਨਹੀਂ ਮੁੜਦਾ, ਫਿਰ ਮਾਂ ਪਿਓ ਬੇਦਖਲ ਲਿਖਾ ਦਿੰਦੇ ਨੇ, ਘਰੋਂ ਕੱਢ ਦਿੰਦੇ ਨੇ। ਇਹ ਕੋਈ 1% ਦੀ ਵਿਚਾਰ ਨਹੀਂ ਹੋਇਆ ਕਰਦੀ। ਕਹਿਣ ਤੋਂ ਭਾਵ, ਮੰਨ ਲਓ ਜੇ 95 ਮਾਪੇ ਚੰਗਾ ਸੋਚਦੇ ਨੇ, 5 ਮਾਂ ਪਿਓ ਬੱਚਿਆਂ ਪ੍ਰਥਾਏ ਕੋਈ ਬੁਰਾ ਸੋਚਦੇ ਨੇ, ਉਹ ਗਿਣਤੀ ਵਿੱਚ ਨਹੀਂ ਆਇਆ ਕਰਦੇ, ਉਹਨਾਂ ਦੀ ਕੋਈ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ। 95 ਦਾ ਭਾਵ ਹੁੰਦਾ ਹੈ ਵੀ ਮਾਂ ਪਿਓ ਕਦੇ ਬੁਰਾ ਨਹੀਂ ਸੋਚਦਾ। ਫਿਰ ਜੇ ਮਾਂ ਪਿਓ ਬੁਰਾ ਨਹੀਂ ਸੋਚਦਾ, ਗੁਰੂ ਸਾਡੀ ਮਾਂ ਹੈ, ਗੁਰੂ ਸਾਡਾ ਪਿਓ ਹੈ, ਕਦੇ ਵਿਚਾਰ ਕਿਉਂ ਨਹੀਂ ਕਰਦੇ? ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਕਦੇ ਇਹਨਾਂ ਪੰਕਤੀਆਂ ਦੀ ਵਿਚਾਰ ਕਰੋ। ਮਹਾਰਾਜ ਜੀ ਕਹਿੰਦੇ, ਜੀਵ ਆਤਮਾ ਸਰੀਰ ਵਿੱਚ ਰੱਖ ਕੇ ਵਾਹਿਗੁਰੂ ਨੇ ਸਾਨੂੰ ਆ ਜਗਤ ਦਿਖਾਇਆ।
ਵਾਹਿਗੁਰੂ ਪ੍ਰਮਾਤਮਾ ਸਾਡੀ ਮਾਂ ਹੈ, ਵਾਹਿਗੁਰੂ ਪ੍ਰਮਾਤਮਾ ਸਾਡਾ ਪਿਓ ਹੈ। ਹੁਣ ਜਿਹੜਾ ਗੁਰੂ ਨਾਲੋਂ ਟੁੱਟਿਆ ਉਹਨੇ ਦੋ ਤਿੰਨ ਗੱਲਾਂ ਕਰਨੀਆਂ ਹੁੰਦੀਆਂ ਨੇ। ਕਹਿੰਦੇ ਜੀ ਮਾਂ ਪਿਓ ਦੀ ਸੇਵਾ ਕਰੋ, ਬਸ ਇਹੀ ਤੀਰਥ ਨੇ, ਇਹੀ ਸਭ ਕੁਛ ਨੇ, ਪਰ ਇਹ ਪੂਰਨ ਗੁਰਮੱਤ ਦੀ ਗੱਲ ਨਹੀਂ ਹੈ। ਗੱਲ ਚੰਗੀ ਹੈ, ਇਹਦੇ ਤੇ ਕੋਈ ਸ਼ੱਕ ਨਹੀਂ, ਗੱਲ ਚੰਗੀ ਹੈ। ਮਾਂ ਪਿਓ ਦੀ ਸੇਵਾ ਕਰਨੀ, ਮਾਂ ਪਿਓ ਨੂੰ ਸੰਭਾਲਣਾ ਬਹੁਤ ਵਧੀਆ ਗੱਲ ਹੈ। ਪਰ ਇਹਦੇ ਤੋਂ ਪਹਿਲਾਂ ਤਾਂ ਜਿਸ ਗੁਰੂ ਦੀ ਕਿਰਪਾ ਨਾਲ ਸਾਨੂੰ ਮਾਂ ਪਿਓ ਮਿਲੇ ਉਸ ਗੁਰੂ ਦੀ ਸੇਵਾ ਕਰ ਲਈ ਤੂੰ। ਹਰ ਆਪੇ ਮਾਤਾ ਹਰ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਓ। ਤੇ ਇਸ ਕਰਕੇ ਉਹ ਮਾਤਾ, ਉਹ ਪਿਤਾ, ਪਰਮੇਸ਼ਰ ਪ੍ਰਮਾਤਮਾ, ਸਭ ਤੋਂ ਪਹਿਲਾਂ ਆਰਾਧਨਾ ਬਣਦੀ ਹੈ ਪਰਮੇਸ਼ਰ ਦੀ, ਰੱਬ ਦੀ ਪੂਜਾ, ਪ੍ਰਮਾਤਮਾ ਦੀ ਪੂਜਾ। ਇਸੇ ਕਰਕੇ ਅੰਮ੍ਰਿਤ ਵੇਲੇ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਮਸੀਤ ਵਿੱਚੋਂ, ਮੰਦਰ ਵਿੱਚੋਂ, ਗੁਰਦੁਆਰਾ ਸਾਹਿਬ ਵਿੱਚੋਂ, ਚਰਚ ਵਿੱਚੋਂ, ਵੀ ਵੇਖਿਓ ਉਸ ਮਾਲਕ ਨੂੰ ਨਾ ਵਿਸਾਰ ਬੈਠਿਓ, ਪ੍ਰਮਾਤਮਾ ਨੂੰ ਨਾ ਵਿਸਾਰ ਬੈਠਿਓ। ਕਿੰਨੇ ਉਲਾਂਭੇ ਦਿੱਤੇ ਨੇ। ਬੰਦਾ ਆਪਣੀ ਕੁਛ ਲਿਮਟਡ ਜੀ ਮੱਤ ਦੇ ਵਿੱਚ ਗੱਲਾਂ ਕਰ ਬੈਠਦਾ ਹੈ। ਉਸ ਪ੍ਰਮਾਤਮਾ ਨੇ ਕਿੰਨਾ ਆਖਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹਰ ਰੋਜ਼ ਨਹੀਂ ਆਖਦੇ ਇਹ ਸ਼ਰੀਰਾ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਦੱਸੋ, ਗੁਰਮੁਖੀ ਹੈ, ਬਿਲਕੁਲ ਸਮਝ ਵਿੱਚ ਆਉਂਦੀ ਹੈ। ਜਿਸ ਵਾਹਿਗੁਰੂ ਪ੍ਰਮਾਤਮਾ ਪਰਮੇਸ਼ਰ ਨੇ ਤੇਰਾ ਰਚਨ ਰਚਿਆ, ਆਪਣਾ ਸਾਰਿਆਂ ਦਾ ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਤੇ ਵਾਹਿਗੁਰੂ ਨੇ ਸਰੀਰ ਵਿੱਚ ਆਪਣੀ ਜੋਤ ਰੱਖੀ ਹੈ, ਸੋ ਹਰ ਮਨ ਨਾ ਵਸਾਇਆ। ਉਸ ਹਰੀ ਪ੍ਰਮਾਤਮਾ ਨੂੰ ਮਨ ਵਿੱਚ ਕਿਉਂ ਨਹੀਂ ਵਸਾਇਆ? ਉਸ ਪ੍ਰਮਾਤਮਾ ਨੂੰ ਜਿਨ ਦੀਏ ਤੁਧ ਬਾਪ ਮਹਤਾਰੀ। ਆ ਵੇਖੋ, ਆ ਲਿਖਿਆ ਪਿਆ ਮਹਾਰਾਜ ਨੇ, ਕਹਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਬਾਪ, ਮਹਤਾਰੀ ਕਹੀਏ ਮਾਂ, ਬੱਚਿਆਂ ਦੀ ਪ੍ਰਤਪਾਲਣਾ ਕਰਨ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਮਾਂ, ਤੇ ਉਸ ਵਾਹਿਗੁਰੂ ਇਹ ਸਾਰਾ ਸ਼ਬਦ ਪੜ੍ਹ ਲਿਓ। ਕੱਲੀ ਕੱਲੀ ਇਹਦੇ ਚ ਗਣਾਈ ਹੋਈ ਆ ਮਹਾਰਾਜ ਨੇ, ਜੋ ਜੋ ਮਹਾਰਾਜ ਨੇ ਦਿੱਤਾ ਹੈ, ਲਿਖਿਆ, ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਉਸ ਪ੍ਰਮਾਤਮਾ ਨੂੰ ਭੁਲਾ ਕੇ ਕਿਉਂ ਬੈਠੇ? ਸੋ ਸਭ ਕੁਝ ਕਹਿਣ ਦਾ ਭਾਵ ਇਹ ਹੈ ਵੀ ਕਿਤੇ ਇਹਦੇ ਬਾਣ ਵੱਜ ਵੱਜ ਕੇ ਇਹਦੀ ਅੱਖ ਖੁੱਲ ਜਾਵੇ ਵੀ ਹਾਂ, ਮੈਂ ਆਪਣੀ ਜ਼ਿੰਦਗੀ ਦਾ ਬਹੁਤ ਘਾਟੇ ਵਾਲਾ ਵਣਜ ਕਰਨ ਜਾ ਰਿਹਾ ਜੇ ਮੈਂ ਗੁਰੂ ਨੂੰ ਵਿਸਾਰ ਬੈਠਿਆ। ਕਿਤੇ ਇਹ ਬਾਣ ਵੱਜ ਕੇ ਇਹਦੇ ਹੱਥ ਵਿੱਚ ਗੁਟਕਾ ਸਾਹਿਬ ਆ ਜਾਵੇ, ਇਹ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਬਾਣੀ ਪੜ੍ਹ ਕੇ ਗੁਰਬਾਣੀ ਨੂੰ ਵਿਚਾਰਨੀ ਸ਼ੁਰੂ ਕਰ ਦੇਵੇ। ਪੜ੍ਹਨਾ ਬਹੁਤ ਉੱਤਮ ਕਰਮ ਹੈ। ਜੇ ਗੁਰਬਾਣੀ ਸਮਝ ਵਿੱਚ ਨਹੀਂ ਆਉਂਦੀ ਨਾ, ਕਦੇ ਇਹ ਨਾ ਆਖਿਓ ਵੀ ਮੈਨੂੰ ਬਾਣੀ ਪੜ੍ਹਨ ਦਾ ਕੀ ਫਾਇਦਾ, ਮੈਨੂੰ ਕਿਹੜਾ ਸਮਝ ਆਉਂਦੀ ਹੈ। ਨਹੀਂ, ਜਿਹੜਾ ਗੁਰਬਾਣੀ ਪੜ੍ਹਾਉਣ ਵਾਲਾ ਹੈ, ਜਿਸ ਪ੍ਰਮਾਤਮਾ ਦੀ ਬਾਣੀ ਹੈ, ਉਹਨੇ ਆਪ ਹੀ ਸਮਝਾ ਦੇਣਾ, ਆਪ ਹੀ ਕਿਰਪਾ ਕਰ ਦੇਣੀ ਹੈ। ਐਸੀਆਂ ਖੇਡਾਂ ਨੇ ਪ੍ਰਮਾਤਮਾ ਦੀਆਂ। ਗੁਰਬਾਣੀ ਪੜ੍ਹਨੀ ਬੰਦ ਨਹੀਂ ਕਰਨੀ ਚਾਹੀਦੀ, ਵਧਾ ਦੇਣੀ ਚਾਹੀਦੀ ਹੈ। ਜੇ ਅੱਜ ਆਪਾਂ ਕੱਲਾ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਜਪਜੀ ਸਾਹਿਬ ਦੇ ਨਾਲ ਜਾਪ ਸਾਹਿਬ ਸ਼ੁਰੂ ਕਰ ਦਿਓ, ਤੇ ਜੇ ਕੱਲਾ ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹਦੇ ਫਿਰ ਤਵਾ ਪ੍ਰਸਾਦ ਸਵਈਏ ਸ਼ੁਰੂ ਕਰ ਦਿਓ, ਫਿਰ ਚੌਪਈ ਸਾਹਿਬ, ਆਨੰਦ ਸਾਹਿਬ, ਫਿਰ ਉਹ ਤੋਂ ਅੱਗੇ ਵਧਾ ਲਓ, ਸ਼ਬਦ ਹਜ਼ਾਰੇ ਪੜ੍ਹ ਲਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਫਿਰ ਹੋਰ ਜ਼ਿਆਦਾ, ਫਿਰ ਸੁਖਮਣੀ ਸਾਹਿਬ ਚਲੇ ਜਾਓ, ਫਿਰ ਆਸਾ ਦੀ ਵਾਰ, ਫਿਰ ਸਲੋਕ ਨੇ ਭਗਤ ਕਬੀਰ ਜੀਆਂ ਦੇ, ਭਗਤ ਫਰੀਦ ਜੀਆਂ ਦੇ, ਗੁਰੂ ਤੇਗ ਬਹਾਦਰ ਮਹਾਰਾਜ ਦੇ, ਫਿਰ ਉਹਦੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ। ਇਉਂ ਜਦੋਂ ਅਸੀਂ ਸਟੈਪ ਬਾਈ ਸਟੈਪ ਚੱਲਾਂਗੇ ਨਾ, ਫਿਰ ਇਹ ਸ਼ੌਂਕ ਵੱਧਦਾ ਜਾਣਾ, ਬਰਾਗ ਵੱਧਦਾ ਜਾਣਾ। ਜੇ ਪੱਲਾ ਝਾੜਤਾ, ਹੱਥ ਤੇ ਹੱਥ ਧਰ ਕੇ ਬੈਠੇ ਆ, ਹਾਂ, ਜੇ ਪੜ੍ਹਨ ਨਹੀਂ ਜਾਣਦੇ ਤਾਂ ਸਿਮਰਨ ਕਰੋ। ਸਿਮਰਨ ਹੀ ਤਤ ਰੂਪ ਹੈ, ਸਿਮਰਨ ਨੇ ਹੀ ਬੇੜਾ ਪਾਰ ਲਾਉਣਾ। ਜਿੰਨੀ ਬਾਣੀ ਪੜਾਂਗੇ, ਗੁਰਬਾਣੀ ਦਾ ਇਸ਼ਾਰਾ ਹੀ ਇਹ ਹੈ ਵੀ ਜਿਹੜੇ ਵਾਧੂ ਦਾ ਚਿੰਤਨ ਹੈ ਨਾ, ਸਾਡੇ ਅੰਦਰ ਚਿੰਤਨ ਚੱਲ ਰਿਹਾ ਨਾ, ਚਿੰਤਨ, ਆਪਾਂ ਜਦੋਂ ਸੁੱਤੇ ਪਏ ਵੀ ਚਿੰਤਨ ਚੱਲਦਾ ਹੈ। ਜਿਹੜਾ ਸੁਪਨਾ ਆਉਂਦਾ ਨਾ ਆਪਾਂ ਨੂੰ, ਉਹ ਸਾਡੇ ਚਿੰਤਨ ਦੇ ਮੁਤਾਬਕ ਹੀ ਆਉਂਦਾ। ਜੋ ਅਸੀਂ ਚਿੰਤਨ ਕਰ ਰਹੇ ਹਾਂ
चिंतन भाव जो साडे अंदर गलबात चल रही है, अंदर एक तो मूँह तो बोलना हुंदा है, मूँह तो शायद बंदा घट बोले ते जिहड़ा अंदर रोल घचोला है ना अंदर बंदे दे वो बहुत फास्ट है। वो रोल घचोला इन्ना ज़्यादा है, वो एक सैकेंट विच बहुत गल्लां कर जांदा है। उहनूं चिंतन कहंदे ने। उस चिंतन नूं छड्ड के तू चिंतन वाहिगुरू दा कर, वाहिगुरू वाहिगुरू वाहिगुरू। इहने तैनूं आनंद देना है, इहने तैनूं टका बख्शना है, ये सिमरन ने तैनूं सच्चा सुख देना है। ते नहीं तो खिंडदा जावेगा बंदा, खिंडदा जावेगा। तां साध संगत जी महाराज जी ने बचन कहे ने। महाराज कहंदे खड़ा पुकारे पातनी बेड़ा कापरवात। परमात्मा परमेश्वर भवजल रूपी संसार समुंदर दे कंढे ते खड़ा गुरबाणी रूप विच सानू पुकार पुकार के कह रहे ने, ओ भोलिया गुरसिखा तेरी जिंदगी दा बेड़ा खड़ा पुकारे पातनी बेड़ा कापरवात। तेरा जिहड़ा बेड़ा हैगा जिंदगी दा वो दुखां दे मूंह विच चलिया गया, बच जे बच हुंदा है। अर्थ वेखो गुरबाणी दे। खड़ा पुकारे पातनी, हर रोज महाराज आवाजां मारदे ने। तैनूं लगदा है भी मैं दुनिया दे रंग रस विषय विकार भोग के पता नहीं किन्ना सुख माण रहा, पर महाराज जी भवजल रूपी संसार दे किनारे ते खड़ के सिख नूं आवाजां मारदे ने, सिखा ये इउं है, इहनूं समझना है भी जिवें आपां सड़क ते कोई गड्डी भज्जी जांदी है, कोई ताकी खुली रहेगी, गड्डी नूं आपां नूं शक पै गया भी अग लग गई, आपां आवाजां नहीं मारदे, ओ फलाणिया भाई तेरी गड्डी दी ताकी खुली रहेगी, तेरी गड्डी नूं इह चों धुआं निकल रहा, तेरी गड्डी नूं अग लग गई। हुण जिहड़ा तां सियाणा बंदा है वो तां इशारा समझ के ब्रेकां मारेगा भी ये मैनूं कोई चंगी गल कह रहा है। ते जिहदे कोले जोश ही जोश है, होश नहीं हैगा, उहने कहना लै इहनूं की होया, ये क्यों मेरे वाल इशारे करदा है, ते उहने गड्डी भजा लैनी है। फिर वो गल दूर नहीं, वो अद्धा किलोमीटर नहीं जाती जदों पकौड़े विच ही बनते हैं, क्योंकि इशारे नूं पकड़िया नहीं। महाराज इशारे करते ने भी तू भुल जा जिहड़े तैनूं सुख जापदे ने भी मैं सुख सुख इकट्ठे कर रहा। कहंदे तेरी जिंदगी दा बेड़ा दुखां दे बेड़ा कापरवात, दुखां दे मूँह च गया तेरी जिंदगी दा बेड़ा। इन्हां तो जे बच हुंदा ना बच जा। महाराज बचा किवें? महाराज कहंदे मन रे प्रभ की शरण विचारो। कहंदे आ परमात्मा दी शरण विच इत्थे सारे सुख ने, सारे सुख ने। इत्थे तां दुख दे विच भी सुख है गुरमुखो। हुण जदों आपां शाम दी बाणी पढ़दे आ, शाम दी बाणी विच की लिखिआ, दुख दारू सुख रोग भया, जा सुख ताम ना होई। ते कहंदे जदों इत्थे आवेंगा ना परमात्मा दी शरण विच, इत्थे तां दुख दे विचों भी सुख मिलूगा। ते प्यारिओ जे ये गुरु नालों टुट जांदा है फिर इहदी हालत कुछ ऐसी बन जाती है। अज दा श्लोक भगत जियां दा 170वां श्लोक है। भगत कबीर जी अपनी अमृत बाणी विच सानू अज बख्शिशां करदे ने। जो आपां विचार कीती है इहदे आधार ते श्लोक है। की कहंदे ने भगत जी, सुनो प्रेम नाल। कबीर पाल समोह सरवर भरा, पी ना सकै कोई नीर, भाग बड़े तैं पायो, तू भर भर पियो कबीर। इत्थे पाल समूह का अर्थ है कंडा, किनारा। पाल समूह सरबर भरा, समूहे का अर्थ है, इहदा अर्थ है भी मूँह तक, नक्को नक भरी भरिया होया। जिवें कोई आपां कहने आ भी कोई बर्तन किसी वस्तु नाल भरिया, आपां कहना किन्नी क इहदे च किन्नी क चीज़ है, कहंदे बस इह तां मूँह तक ही भरिया पिया, इह तां नक्को नक भरिया पिया। समूहे का अर्थ यह है। पाल समूह सरबर भरा, ते कहंदे सरबर मैने तलाब। ये जिहड़ा कहंदे तलाब है ना, तलाब कंढियां तक कहंदे इउं सरबर भरा
ਪੀ ਨਾ ਸਕੇ ਕੋਈ ਨੀਰ, ਪਾਣੀ ਦੇ ਨਾਲ ਇਉਂ ਭਰਿਆ ਹੋਇਆ, ਬਿਲਕੁਲ ਛੱਲਾਂ ਵੱਜ ਰਹੀਆਂ ਨੇ, ਐ ਆਨੰਦਦਾਇਕ ਸੁੰਦਰ ਸੋਹਣਾ ਪਾਣੀ। ਕਹਿੰਦੇ ਪੀ ਨਾ ਸਕੇ ਕੋਈ ਨੀਰ, ਜਗਤ ਪਿਆਸਾ ਹੈ, ਜਗਤ ਭੁੱਖਾ ਹੈ। ਤਲਾਬ ਪਾਣੀ ਦਾ ਭਰਿਆ ਹੋਇਆ ਹੈ, ਪਰ ਕਹਿੰਦੇ ਕੋਈ ਪੀ ਨਹੀਂ ਰਿਹਾ। ਜਗਤ ਪੀਂਦਾ ਹੈ, ਜ਼ਹਿਰ ਪੀਂਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। कड़ुए को मीठा कहे, मीठे को कौड़ा। कहते कौड़ियां चीजां नूं मिठियां करके खांदा है। फरीदा ए बिस गंदला, धरियां खंड लिवाड़। एक राहेंदे रह गए, एक राधी गए उजाड़। कौड़ियां चीजां नूं मिठियां करके खांदा है, मिठियां चीजां नूं कौड़ियां मनदा है। गुरु दी बाणी नूं कौड़ी मनदा है, परमेश्वर दे नाम नूं कौड़ा मन बैठिया। इसे करके पाल समूहा सरबर भरा, बड़े विशाल अर्थ ने श्लोक दे। गुरबाणी दे अर्थ करने कोई सौखे नहीं हैगे, बहुत औखे ने, बहुत विशाल अर्थ ने। महाराज उत्थे लै जांदे ने सूक्ष्म मत द्वारा, भी जिथे आके अर्थ भी मुक जांदे ने। एडी वड्डी खेड है, बहुत वड्डी खेड है। सो उत्थे फिर कहंदे ये कौड़ियां वस्तुआं तां खांदा है, पींदा भी है, पर पाल समूहा सरबर भरा। ते ये जिहड़ा कंढियां तक भरिया होया तलाब, ये कोई पी नहीं रहा। ते क्यों नहीं पी रहा? क्योंकि ना तां सत्संग कीती, ना मां प्यो तो संस्कार मिले गुरसिੱਖੀ वाले। ते फिर पींदा जरूर है, गलत पींदा है। हुण संसार की करदा है? बीड़ी पींदा है, तंबाकू पींदा है, शराब पींदा है। पर पाल समूहा सरबर भरा, पी ना सके कोई नीर। महाराज जी क्यों नहीं पींदा? पातशाह जी कहते भागा तो हीणा किवें पीवेगा। देखो महाराज ने ऐसे श्लोक च लिखिया, अगले पंक्ति च पढ़ांगे आपां। भागा तो हीणा वाहिगुरू कह नहीं सकदा, जिन्ना मर्जी यतन कर ले। जदों भाग बनणगे ना, उदों नाम मिठा लगूगा, नहीं लगदा नहीं। हुण आपां भी जिहड़े सत्संगी आ ना, अपने च भी ऐसे सज्जण होणगे। गुरद्वारा साहब आ गए, कथा भी सुन ली, घर भी चले गए, वधिया भी लग्गिया, पर वाहिगुरू 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 ये कोई बिरला करेगा। कंपैरिजन करके वेखो, सारे दिन विच असीं वाहिगुरू किन्ने वार आखदे हां। पी ना सके कोई नीर, ये वाहिगुरू शब्द नहीं जप सकता। ये अंदर रोल घचोला खौरू पिया होया। कबीर गए गच परे कुटुंब कै, कंठै रह गयो राम। वो वाहिगुरू परमेश्वर की याद तो इन्हें किनारे ते ला के रखी हुई है, ये अंदर तो होर कुछ चल रहा है। उदों गुरु दे सिख ते कृपा होनी है, जदों ये दुख सुख विच नफे नुकसान विच आखेगा, जो तुद भावै साई भली कार, तू सदा सलामत निरंकार। उदों नाम चलेगा, उस तो बिना चलता नहीं। उस तो बिना की होवेगा? पुत पोत्यां दियां कैस्टां इहदे अंदर जन्मां जन्मां दियां चल रहीआं ने, परिवार दियां कैस्टां इहदे अंदर चल रहे। हाय मेरा परिवार, हाय मेरा फलाना, मेरा फलाना। वो प्यारिओ महाराज ने सीधा लिखिया पिया, पूर्व जन्म के मिले संजोगी, अंत को ना सहाई। ना बहुतियां लालां चट्टिया करो, लोड़ मुताबक परवरिश करो अपने परिवार दी। ये नहीं हैगे सच्चे साथी। महाराज पुकार पुकार के कहंदे ने, है नहीं तेरे ये भुलेखा पै गया तैनूं? क्यों इन्ना ज्यादा मोह ममता विच डिग गया? ते बिल्कुल स्पष्ट जी गल है, जदों शरीर चों जिंद वख होनी है। कल विचार कीती सी, किहड़ा तुरूगा नाल दसो? रो लैणगे, बहुत कुछ हो जाऊगा। महाराज कहंदे माया कारण रोए बगूचा, धृग जीवन संसारा है। तू काम करदा सी ते नोट कमा के लियाउंदा सी, तेरे कम्मां नूं दुनिया रोवेगी। ठीक है, थोड़ा बहुत अंतरात्मे हुंदा है, वो अपना मेल मिलाप, उन्हां नूं दुनिया रोवेगी। पर वास्तव विच तेरा तां एक परमात्मा सी, उसे नूं भोलिया तू भुला के बैठ गया। ये पौड़ी सी, इस पौड़ी ते जो नर चूकै, सो आए जाए दुख पाएंदा। पौड़ी छुड़की हाथ ना आवे, अहिला जन्म गवाया।
ਇਹ ਮਨੁੱਖਾ ਸਰੀਰ ਰੂਪੀ ਪੌੜੀ ਤੇਰੇ ਹੱਥੋਂ ਨਿਕਲ ਗਈ, ਮੁੜ ਕੇ ਤੇਰੇ ਹੱਥ ਨਹੀਂ ਆਉਣੀ। ਇੱਕ ਵਾਰ ਪਹਿਲਾਂ ਵਿਚਾਰ ਕੀਤੀ ਸੀ, ਦੱਸੋ ਜਦੋਂ ਸਰੀਰ ਚੋਂ ਜਿੰਦ ਨਿਕਲ ਗਈ, ਸਿਫਾਰਿਸ਼ ਕਿਹਨੂੰ ਪਾਓਗੇ ਵੀ ਮਹਾਰਾਜ ਮੈਨੂੰ ਦੁਬਾਰਾ ਮਨੁੱਖਾ ਸਰੀਰ ਦੇ ਦਿਓ? ਕਿਉਂਕਿ ਜਿਹਨੂੰ ਸਿਫਾਰਿਸ਼ ਪਾਉਣੀ ਸੀ ਉਹਨੂੰ ਤਾਂ ਇੱਥੇ ਯਾਦ ਹੀ ਨਹੀਂ ਕੀਤਾ। ਸਿਫਾਰਿਸ਼ ਉਸੇ ਕੋਲ ਪਾਈ ਜਾਂਦੇ ਜਿਹਨੂੰ ਆਪਾਂ ਜਾਣਦੇ ਹਾਂ। ਜੇ ਹੁਣ ਆਪਾਂ ਜਾਣਦੇ ਹੀ ਨਹੀਂ ਪਰਮਾਤਮਾ ਬਾਰੇ, ਆਪਾਂ ਕੋਈ ਸਬਜੈਕਟ ਕੋਈ ਥਿਉਰੀ ਤੇ ਪਹਿਲਾਂ ਤਾਂ ਉਹਦੇ ਬਣੇ ਨਹੀਂ ਪਰਮਾਤਮਾ ਦੇ ਬਣਨਾ ਪੈਂਦਾ, ਗੁਰੂ ਧਾਰਨ ਕਰਨਾ ਪੈਂਦਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸਿੱਖ ਧਰਮ ਦੇ ਵਿੱਚ ਜੇ ਗੁਰੂ ਧਾਰਨ ਕਰਨਾ ਤਾਂ ਖੰਡੇ ਕੀ ਪਹੁਲ ਲੈਣੀ ਪੈਣੀ ਹੈ। ਖੰਡੇ ਕੀ ਪਹੁਲ ਬਗੈਰ ਇਹ ਨਿਗੁਰਾ ਹੈ। ਖੰਡੇ ਕੀ ਪਹੁਲ ਸ਼ਰਤ ਹੈ, ਮਰਜ਼ਾਦਾ ਹੈ, ਤੇ ਉਹ ਇਹ ਲੈਣ ਨੂੰ ਤਿਆਰ ਨਹੀਂ। ਜਦੋਂ ਸਰੀਰ ਚੋਂ ਜਿੰਦ ਨਿਕਲੀ, ਸਿਫਾਰਿਸ਼ ਕਿਹਨੂੰ ਪਾਵਾਂਗੇ ਵੀ ਦੁਬਾਰਾ ਮਨੁੱਖਾ ਸਰੀਰ ਦੇ ਦਿਓ? ਫਿਰ ਮਹਾਰਾਜ ਕਹਿੰਦੇ ਅਹਿਲਾ ਜਨਮ ਗਵਾਇਆ, ਇਹਨੇ ਬੇਅਰਥ ਜਨਮ ਗਵਾ ਲਿਆ। ਦੁਬਾਰਾ ਫਿਰ ਉਹਨਾਂ ਜੂਨਾਂ ਵਿੱਚ ਡਿੱਗਣਾ ਪੈਣਾ। ਇਹ ਚੀਜ਼ ਨੂੰ ਹੁਣ ਮੰਨ ਲਓ। ਇਹ ਨਹੀਂ ਹੈਗਾ ਵੀ ਕੁਛ ਨਹੀਂ ਹੈ, ਮਰਨ ਤੋਂ ਬਾਅਦ ਫਲਾਣਾ ਫਲਾਣਾ, ਨਾ, ਸਭ ਕੁਛ ਹੈ। ਲੇਖੇ ਜੋਖੇ 84 ਲੱਖ ਜੂਨ ਵਿੱਚ ਡਿੱਗਣਾ ਪੈਣਾ। 1000 ਵਾਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਪਿਆ, ਆਪਾਂ ਪੰਕਤੀਆਂ ਉਹ ਸਾਂਝੀਆਂ ਕੀਤੀਆਂ ਨੇ ਕਈ ਵਾਰ। ਤਾਂ ਕਹਿੰਦੇ ਪੀ ਨਾ ਸਕੈ ਕੋਈ ਨੀਰ। ਹੁਣ ਇਹ ਪਾਲ ਸਮੋਹਾ ਕੀ ਭਰਿਆ? ਇਹ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਅੰਤਰ ਖੂਹਟਾ ਅੰਮ੍ਰਿਤ ਭਰਿਆ। ਹਰ ਇੱਕ ਦੇ ਹਿਰਦੇ ਰੂਪੀ ਤਲਾਬ ਵਿੱਚ ਪਰਮੇਸ਼ਰ ਨੇ ਆਪਣੇ ਗੁਣਾ ਰੂਪੀ ਖਜ਼ਾਨਾ ਰੱਖਿਆ ਹੋਇਆ ਹੈ, ਨਾਮ ਰੂਪੀ ਖਜ਼ਾਨਾ ਰੱਖਿਆ ਹੋਇਆ ਹੈ। ਪਰਮੇਸ਼ਰ ਦੇ ਨਾਮ ਦਾ ਇਹ ਦੇਹੀ ਦੇ ਵਿੱਚ ਵਾਸ ਹੈ। ਪਰ ਦੁਨੀਆ ਉਹ ਤਲਾਬ ਦੇ ਵਿੱਚੋਂ ਪਾਣੀ ਪੀਣ ਵਾਸਤੇ ਦੁਨੀਆਦਾਰਾਂ ਨੇ ਸੋਚਿਆ ਵੀ ਆਪਾਂ ਵੀ ਉਹ ਜਲ ਪੀਏ, ਨਾਮ ਰੂਪੀ, ਗੁਰਮਤਿ ਰੂਪੀ ਨਾਮ, ਪਰਮੇਸ਼ਰ ਦਾ ਗਿਆਨ ਰੂਪੀ ਜਿਹੜਾ ਸੀ ਜਲ, ਗਿਆਨ ਰੂਪੀ ਜਲ, ਗੁਰਮਤਿ ਰੂਪੀ ਜਲ ਤੇ ਸ਼ਬਦ ਰੂਪੀ ਜਲ। ਇਹ 3 ਤਰ੍ਹਾਂ ਦਾ ਜਲ ਹੈ ਸਾਡੇ ਅੰਦਰ। ਇਹਨੂੰ ਪੀਣਾ ਸੀ। ਇਹਨੂੰ ਪੀਣ ਵਾਸਤੇ ਨੇ ਕੀ ਕੀਤਾ? ਕਈ ਤਾਂ ਜੰਗਲਾਂ ਨੂੰ ਚੜ੍ਹ ਗਏ, ਕਈਆਂ ਨੇ ਜਟਾਂ ਰੱਖੀਆਂ, ਕਈਆਂ ਨੇ ਸੁਆਹ ਮਲੀ, ਕਈ ਭੋਰਿਆਂ ਵਿੱਚ ਵੜ ਗਏ, ਕਈ ਪਹਾੜਾਂ ਵਿੱਚ ਚੜ੍ਹ ਗਏ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਸਾਡੇ ਤੇ ਬਖਸ਼ਾਂ ਕੀਤੀਆਂ ਮਹਾਰਾਜ ਨੇ। ਕਹਿੰਦੇ ਤੂੰ ਉਹ ਜਲ ਜੇ ਛਕਣਾ, ਨਾਮ ਰੂਪੀ ਜਲ ਛਕਣਾ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾ ਬੰਦਿਆਂ, ਵਿੱਚੇ ਹੋਵੇ ਮੁਕਤ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੇ ਉਪਦੇਸ਼। ਕਿੱਡਾ ਸੋਹਣਾ ਮਾਰਗ ਦੱਸਿਆ ਸਤਿਗੁਰਾਂ ਨੇ ਸਾਨੂੰ। ਕਹਿੰਦੇ ਨਾ ਭਗਵੇਂ ਪਾਉਣ ਦੀ ਲੋੜ, ਨਾ ਸੁਆਹ ਮਾਲਣ ਦੀ ਲੋੜ, ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਕਈਆਂ ਨੂੰ ਕਈ ਜਟਾਂ ਰੱਖ ਕੇ ਭਰਮਾਉਣਗੇ ਲੋਕਾਂ ਨੂੰ ਵੀ ਅਸੀਂ, ਸਾਡੇ ਕੋਲ ਹੀ ਰੱਬ ਹੈ। ਸੁਆਹ ਮਲ ਮਲ ਕੇ ਭਰਮਾਉਂਦੇ ਨੇ ਲੋਕਾਂ ਨੂੰ, ਸਾਡੇ ਕੋਲੇ ਰੱਬ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਕਮਾ, ਤੈਨੂੰ ਹੱਸਦੇ ਖੇਡਦੇ ਖਾਂਦੇ ਪਹਿਨਦੇ ਪਰਿਵਾਰ ਬੱਚਿਆਂ ਵਿੱਚ ਰਹਿੰਦੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਊਗੀ। ਤੇ ਕਈਆਂ ਨੇ ਫਿਰ ਉਹ ਜਲ ਪੀਣ ਵਾਸਤੇ ਨਾਮ ਰੂਪੀ ਸ਼ਬਦ ਰੂਪੀ ਘਰ-ਬਾਰ ਤਿਆਗੇ, ਬੜੇ ਪਖੰਡ ਕੀਤੇ। ਪਰ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮੱਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਆਪਣੇ ਆਪ ਨਾਲ ਜੰਗ ਕਰਨਾ ਪੈਣਾ ਹੈ, ਆਪਣੇ ਮਨ ਨਾਲ ਜੂਝਣਾ ਪੈਣਾ ਹੈ, ਗੁਰੂ ਤੇ ਭਰੋਸਾ ਰੱਖਣਾ ਹੈ, ਗੁਰੂ ਨੂੰ ਅੰਦਰੋਂ ਪਿਆਰ ਕਰਨਾ ਹੈ। ਸੱਚੇ ਪਾਤਸ਼ਾਹ ਤੇਰੇ ਬਿਨਾ ਮੇਰਾ ਕੋਈ ਹੈ ਨਹੀਂ, ਆਹ ਕਹਿਣਾ ਪੈਣਾ ਹੈ। ਸੱਚੇ ਪਾਤਸ਼ਾਹ ਮੂੰਹ ਲਾਲਣ ਸਿਉ ਪ੍ਰੀਤ ਬਣੀ,
ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਾਣੀ। ਅਸੀਂ ਅਰਦਾਸਾਂ ਭੁੱਲ ਜਾਂਦੇ ਹਾਂ, ਮੋਹ ਮਮਤਾ ਵਿੱਚ ਜਕੜਿਆ ਹੋਇਆ ਹੈ, ਝੂਠੇ ਪਦਾਰਥਾਂ ਵਿੱਚ ਜਕੜਿਆ ਹੋਇਆ ਹੈ, ਸੱਚ ਕਹਿਣ ਦੀ ਜ਼ੁਰਤ ਨਹੀਂ ਰੱਖਦਾ, ਸੱਚ ਤੇ ਪਹਿਰਾ ਨਹੀਂ ਦਿੰਦਾ। ਇਸ ਕਰਕੇ ਜਿਵੇਂ ਠੰਡੇ ਭਾਂਡੇ ਤੋਂ ਪਾਣੀ ਤਿਲਕ ਜਾਂਦਾ ਹੈ, ਉਵੇਂ ਇਹਦੇ ਨੇੜੇ ਤੇੜੇ ਗੁਰਮਤ ਨਹੀਂ ਖੜਦੀ। ਇਹ ਕਹਿੰਦੇ ਹੀ ਨਹੀਂ ਮਹਾਰਾਜ ਹੁਣ ਤੋਰੀ ਨਾ ਟੂਟੈ ਸ਼ੋਰੀ ਨਾ ਛੂਟੈ, ਹੁਣ ਨਾ ਮਹਾਰਾਜ ਹੁਣ ਨਾ ਧੱਕ ਦਿਓ ਦਰ ਤੋਂ, ਬਸ ਹੁਣ ਨਿਭ ਜਾਵੇ। ਆਹ ਅਰਦਾਸ ਕਰਿਆ ਕਰੋ, ਫਿਰ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਹੈ। ਮਹਾਰਾਜ ਹੁਣ ਨਿਭ ਜਾਵੇ, ਬਸ ਨਿਭ ਜਾਵੇ, ਅਖੀਰਲਾ ਸਵਾਸ ਤੁਹਾਡੇ ਚਰਨਾਂ 'ਚ ਹੋਵੇ, ਫਿਰ ਗੱਲ ਬਣਨੀ ਹੈ। ਗੁਰਮਤ ਇੱਥੇ ਲੈ ਕੇ ਜਾਂਦੀ ਹੈ, ਉਹ ਛੱਡ ਦਿਓ ਆ ਨਿੰਦਿਆ ਚੁਗਲੀਆਂ ਜੀਆਂ, ਕੀ ਹੈ ਇਹਦੇ 'ਚ? ਕੁਛ ਵੀ ਨਹੀਂ ਹੈਗਾ, ਜੀਵਨ ਦੀ ਬਰਬਾਦੀ ਹੈ, ਹੋਰ ਕੀ ਹੈ ਇਹ? ਐਵੇਂ ਗੰਦ ਇਕੱਠਾ ਕਰਨਾ, ਜੀਭ ਦੇ ਨਾਲ ਗੰਦ ਬੋਲੀ ਜਾਣਾ, ਕਿਸੇ ਦੀ ਨਿੰਦਿਆ ਕਰੀ ਜਾਣੀ, ਚੁਗਲੀਆਂ ਕਰੀਆਂ ਜਾਣੀਆਂ, ਕਿਸੇ ਨੂੰ ਐਵੇਂ ਬੁਰਾ ਭਲਾ ਆਖੀ ਜਾਣਾ। ਇੱਕ ਅਰਦਾਸ ਕਰਿਆ ਕਰੋ, ਇਹ ਬਿਲਕੁਲ ਰਿਐਲਿਟੀ ਹੈ ਵੀ ਆਪਣੀ ਕਿਸੇ ਨਾਲ ਬਣ ਹੁੰਦੀ ਹੈ, ਕਿਸੇ ਨਾਲ ਨਹੀਂ ਬਣ ਹੁੰਦੀ। ਤੇ ਕਈ ਆਪਣੇ ਮਿੱਤਰ ਹੁੰਦੇ ਨੇ, ਕਈਆਂ ਨਾਲ ਆਪਣੀ ਅੰਦਰੋਂ ਈਰਖਾ ਹੁੰਦੀ ਹੈ। ਤੇ ਜਦੋਂ ਅਰਦਾਸ ਕਰਨੀ ਹੈ ਨਾ, ਅਰਦਾਸ ਇੱਥੇ ਆਉਣ ਦਾ ਲਾਭ ਹੀ ਤਾਂ ਜੇ ਆ ਬਿਮਾਰੀਆਂ ਛੱਡਾਂਗੇ। ਜੇ ਬਿਮਾਰੀਆਂ ਚਿੰਬੜੀ ਰਹੀਆਂ ਨਾ ਆਪਾਂ ਨੂੰ, ਫਿਰ ਇਹ ਟੀਵੀ ਹੈ, ਟੀਵੀ। ਖਾਸ ਕਰਕੇ ਮੈਂ ਗੁਰਸਿੱਖਾਂ ਨੂੰ ਬੇਨਤੀ ਕਰਦਾ, ਗੁਰਸਿੱਖਾਂ ਨੂੰ ਜਿਹਨੇ ਅੰਮ੍ਰਿਤ ਵੀ ਛਕ ਲਿਆ, ਬਾਣੀ ਵੀ ਪੜ੍ਹਦੇ ਨੇ, ਆਪਣੇ ਆਪ ਨੂੰ ਅਸੀਂ ਸਿੱਖ ਵੀ ਅਖਵਾਉਂਦੇ ਹਾਂ। ਬਾਕੀ ਜਿਹੜੀ ਸੰਗਤ ਹੁੰਦੀ ਹੈ ਉਹਦਾ ਇੰਨਾ ਦੋਸ਼ ਨਹੀਂ ਹੁੰਦਾ। ਤੇ ਜਿਹੜੇ ਆਪਾਂ ਆਪਣੇ ਆਪ ਨੂੰ ਆਖਦਾ ਗਿਆਨਵਾਨ, ਤੇ ਅਰਦਾਸ ਵਿੱਚ ਇਹ ਕਹਿੰਦੇ ਹੋ, ਫਿਰ ਅਰਦਾਸ ਵਿੱਚ ਇਹ ਕਹਿੰਦੇ ਹੋ। ਸੱਚੇ ਪਾਤਸ਼ਾਹ ਜਦੋਂ ਸ਼ਾਮ ਨੂੰ ਅਰਦਾਸ ਕਰਕੇ ਪੈਂਦੇ ਆ, ਸਵੇਰੇ ਨਿਤਨੇਮ ਦੀ ਅਰਦਾਸ ਕਰਦੇ ਆ, ਉਦੋਂ ਇਹ ਅੰਦਰੋਂ ਆਖਦੇ ਹੋ ਵੀ ਮਹਾਰਾਜ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ, ਸਭ ਦਾ ਭਲਾ ਕਰੀ ਮਹਾਰਾਜ। ਜੋ ਮੈਂ ਆਖਾਂ ਉਹਦੇ ਮੁਤਾਬਕ ਮਹਾਰਾਜ ਕੁਛ ਵੀ ਨਾ ਕਰਿਓ, ਕਿਉਂਕਿ ਮੈਂ ਤਾਂ ਦੁਸ਼ਮਣ ਦਾ ਬੁਰਾ ਮੰਗਦਾ, ਆਪਣਿਆਂ ਦਾ ਮੈਂ ਭਲਾ ਮੰਗਦਾ। ਤੇ ਮਹਾਰਾਜ ਮੈਨੂੰ ਨਹੀਂ ਪਤਾ, ਆਪਣੇ ਆਪ ਨੂੰ ਵਿੱਚੋਂ ਕੱਢ ਦਿਓ, ਆਪਣੇ ਆਪ ਨੂੰ ਸਾਈਡ ਤੇ ਕਰ ਲਓ। ਜੇ ਜੁਗਤਾਂ ਦੇ ਨਾਲ ਪਰਮਾਰਥ ਦੀ ਤਰੱਕੀ ਹੁੰਦੀ ਹੈ, ਜੁਗਤ ਤੋਂ ਬਿਨਾਂ ਅਸੀਂ ਉੱਥੇ ਹੀ ਖੜੇ ਰਹਾਂਗੇ, ਅਗਲੀ ਪੌੜੀ ਤੇ ਨਹੀਂ ਚੜੇ ਜਾਣਾ। ਆਪਣੇ ਆਪ ਨੂੰ ਸਾਈਡ ਤੇ ਕੱਢ ਕੇ ਆਖੋ ਮਹਾਰਾਜ ਮੈਨੂੰ ਨਹੀਂ ਪਤਾ, ਮੇਰੀ ਮੱਤ ਛੋਟੀ ਹੈ, ਮੇਰੀ ਮੱਤ ਖੋਟੀ ਵੀ ਹੈ, ਮੇਰੀ ਮੱਤ ਥੋੜੀ ਹੈ। ਮਹਾਰਾਜ ਜਿਵੇਂ ਆਪ ਨੂੰ ਭਾਵੇ, ਮੈਂ ਇੱਕ ਅਣਜਾਣ ਬੰਦਾ, ਅਲਪੱਗ ਜੀਵ, ਮੈਂ ਆਪਣੇ ਆਪ ਨੂੰ ਵਿੱਚ ਕਿਉਂ ਖੜਾਵਾਂ? ਮਹਾਰਾਜ ਜੀ ਆਪ ਜੀ ਸਮਰੱਥ ਹੋ, ਜੋ ਆਪ ਜੀ ਨੂੰ ਭਾਵੇ ਉਵੇਂ ਕਰਿਓ। ਪਰ ਮੇਰੀ ਅਰਦਾਸ ਹੈ ਮਹਾਰਾਜ ਸਭ ਦਾ ਭਲਾ ਕਰਿਓ, ਫਿਰ ਆਪਣੇ ਤੇ ਕਿਰਪਾ ਹੋਣੀ ਹੈ, ਨਹੀਂ ਕਿਰਪਾ ਨਹੀਂ ਹੋਣੀ। ਸਭ ਦਾ ਭਲਾ ਕਰਿਓ, ਅੰਦਰੋਂ ਕਹਿਣਾ ਪੈਣਾ, ਫਿਰ ਸਿੱਖ ਸਮਝੋ ਉਹਦੇ ਤੇ ਕੋਈ ਕਿਰਪਾ ਹੈ। ਜੇ ਅਸੀਂ ਇਹ ਨਹੀਂ ਮੰਗ ਰਹੇ ਵੀ ਸਭ ਦਾ ਭਲਾ, ਫਿਰ ਅਜੇ ਗੱਲ ਅਧੂਰੀ ਪਈ ਹੈ, ਉਹ ਰੋਗ ਅਜੇ ਅੰਦਰ ਬੈਠਾ ਹੋਇਆ ਹੈ। ਆਪਣੇ ਆਪ ਨੂੰ ਪਰੇ ਰੱਖੋ, ਗੁਰੂ ਤੇ ਛੱਡੋ। ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ। ਤੇ ਗੱਲ ਇਹ ਵੀ ਹੈ, ਆਪਣੇ ਨਾਲ ਕੋਈ ਧੱਕਾ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਜਦੋਂ ਤੁਸੀਂ ਗੁਰੂ ਤੇ ਛੱਡੋਗੇ ਨਾ, ਆਪਾਂ ਤਾਂ ਸ਼ਾਇਦ ਓਡੀ ਮੰਗ ਨਾ ਮੰਗ ਸਕੀਏ। ਜਦੋਂ ਗੁਰੂ ਹਿਸਾਬ ਕਰੂਗਾ ਨਾ, ਤੇ ਗੁਰੂ ਨੇ ਹਿਸਾਬ ਬਹੁਤ ਤਰੀਕੇ ਨਾਲ ਕਰਨਾ ਹੈ, ਬਹੁਤ ਢੰਗ ਨਾਲ ਕਰਨਾ ਹੈ। ਮੰਗੋ ਸਰਬੱਤ ਦਾ ਭਲਾ, ਹੋਣਾ ਸਭ ਕੁਛ ਹੈ। ਕਿਉਂਕਿ ਗੁਰੂ ਆਪਣੇ ਪਿਆਰਿਆਂ ਨੂੰ ਜੇ ਕੋਈ ਦੁੱਖ ਦੇਵੇ, ਆਪਣੇ ਪਿਆਰਿਆਂ ਨੂੰ ਜੇ ਕੋਈ ਜਾਣ ਬੁੱਝ ਕੇ ਸਤਾਵੇ, ਗੁਰੂ ਉਹਨਾਂ ਨੂੰ ਮਾਫ ਨਹੀਂ ਕਰਦਾ। ਪਰ ਆਪਾਂ ਭਲਾ ਮੰਗਣਾ ਹੈ, ਫੇਰ ਜਾ ਕੇ ਗੱਲ ਬਣਨੀ ਹੈ। ਤਾਂ ਆਓ ਪਿਆਰਿਓ, ਇਹ ਮਿੱਠੀਆਂ ਪਿਆਰੀਆਂ ਵਿਚਾਰਾਂ ਨੇ। ਤੇ ਉੱਥੇ ਫਿਰ ਮਹਾਰਾਜ ਜੀ ਕਹਿੰਦੇ ਕੋਈ ਇਹ ਸ਼ਬਦ ਰੂਪੀ ਨਾਮ ਰੂਪੀ ਜਲ ਨੂੰ ਪੀ ਨਹੀਂ ਰਿਹਾ, ਪਰ ਕਹਿੰਦੇ ਕਿਰਪਾ ਹੋ ਗਈ, ਪੁੱਠੇ ਪਾਸੇ ਜਾਂਦਾ ਮਨ। ਭਗਤ ਜੀ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਪ੍ਰੇਰਨਾ ਦੇ ਕੇ ਮੇਰੇ ਮਨ ਨੂੰ ਮੋੜ ਲਿਆ। ਕਹਿੰਦੇ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਨਾ, ਮੇਰਾ ਮਨ ਵੀ ਕਹਿੰਦੇ ਪਹਿਲਾਂ ਇਸੇ ਤਰ੍ਹਾਂ ਨਿੰਦਿਆ ਚੁਗਲੀ ਉਰਾ ਪਰਾ ਬਹੁਤ ਕੁਛ ਕਰਦਾ ਸੀ। ਪਰ ਕਹਿੰਦੇ ਜਦੋਂ ਸਵਾਮੀ ਰਾਮਾਨੰਦ ਦੁਆਰਾ ਮੈਨੂੰ ਸ਼ਬਦ ਦੀ ਜਿਹੜੀ ਸੀ ਦਾਤ ਮਿਲੀ, ਗੁਰਮੰਤਰ ਦੀ ਦਾਤ ਮਿਲੀ, ਕਹਿੰਦੇ ਮੈਂ ਰਾਮ ਰਾਮ ਜਦੋਂ ਜਪਿਆ, ਕਹਿੰਦੇ ਫਿਰ ਕਿਰਪਾ ਕੀ ਹੋਈ। ਕਹਿੰਦੇ ਮੈਂ ਅਭਾਗਾ ਸੀ, ਪਹਿਲਾਂ ਮਾੜੇ ਭਾਗਾਂ ਵਾਲਾ ਸੀ। ਹੁਣ ਵੇਖੋ ਪੰਕਤੀ ਵਿੱਚ ਕੀ ਲਿਖਣਗੇ, ਕਹਿੰਦੇ ਭਾਗ ਵੱਡੇ ਤੈਂ ਪਾਇਓ, ਤੂੰ ਭਰ ਭਰ ਕੀਓ ਪੀਓ ਕਬੀਰ। ਕਹਿੰਦੇ ਕਬੀਰ ਤੂੰ ਵੱਡੇ ਭਾਗਾਂ ਵਾਲਾ ਬਣ ਗਿਆ, ਤੇਰੀ ਉਹ ਅੱਖ ਖੁੱਲ ਗਈ,
ਵੀ ਇਹ ਤਾਂ ਨਾਮ ਜਪਣ ਦਾ ਵੇਲਾ ਹੈ, ਇਹ ਤਾਂ ਗੁਰਬਾਣੀ ਪੜ੍ਹਨ ਦਾ ਵੇਲਾ ਹੈ, ਇਹ ਤਾਂ ਸਤ ਸੰਗਤ ਕਰਨ ਦਾ ਵੇਲਾ ਹੈ, ਇਹ ਤਾਂ ਗੁਰੂ ਦੇ ਦਰਸ਼ਨ ਕਰਨ ਦਾ ਵੇਲਾ ਹੈ। ਉਹ ਤੂੰ ਖਰਾੜੇ ਮਾਰਦਾ 5 ਵੱਜ ਗਏ 6 ਵੱਜ ਗਏ ਅਜੇ ਨਹੀਂ ਉੱਠਿਆ, ਅਜੇ ਵੀ ਸੁੱਤਾ ਪਿਆ। ਅਭਾਗਾ, ਭਾਗਾਂ ਤੋਂ ਹੀਣਾ ਸੰਸਾਰ ਹੈ, ਸੱਚ ਜਾਣੋ। ਭਾਗਾਂ ਤੋਂ ਹੀਣਾ ਸੰਸਾਰ ਹੈ, ਕਿਉਂਕਿ ਜਿਹੜਾ ਮਨੁੱਖ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ, ਜਿਨ ਦੀਏ ਤੁਧ ਬਾਪ ਮਹਤਾਰੀ, ਜਿਸ ਪ੍ਰਮਾਤਮਾ ਨੇ ਸਾਨੂੰ ਮਾਪੇ ਮਾਂ ਪਿਓ, ਧਰਤੀ ਪਾਣੀ, ਜਿਹੜਾ ਸੂਰਜ, ਅੱਗ, ਹਵਾ, ਬਨਸਪਤੀ, ਡਰਾਈ ਫਰੂਟ, ਫਲ, ਕਿੰਨਾ ਕੁਛ ਸਾਨੂੰ ਬਖਸ਼ਦਾ ਮਹਾਰਾਜ। ਇਹ ਸਾਰਾ ਗੁਰੂ ਦੀ ਦਾਤ ਹੈ, ਸਾਰੀ ਗੁਰੂ ਦੀ ਦਾਤ ਹੈ। ਪਰ ਇਹ ਚੇਤੇ ਨਹੀਂ ਕਰਦਾ, ਇਹਨੂੰ ਨੀਂਦ ਪਿਆਰੀ, ਕੱਲੀ ਨੀਂਦ ਨੇ ਦੱਬ ਲਿਆ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਾਹੀ ਰਾਮ। ਕਹਿੰਦੇ ਆ ਭੋਲਿਆ, ਕਿਉਂ ਤੂੰ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੈ, ਕਿਉਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੈ। ਨੀਂਦ ਤਾਂ ਅਗਿਆਨਤਾ ਦੀ ਮਾੜੀ ਹੈ, ਪਰ ਸਰੀਰ ਦੀ ਉਹ ਨੀਂਦ ਵੀ ਮਾੜੀ ਹੈ ਜਿਹੜੀ ਸਾਨੂੰ ਗੁਰੂ ਦਰ ਤੱਕ ਨਾ ਆਉਣ ਦੇਵੇ। ਜਿਹੜੀ ਅਸੀਂ ਗੁਰੂ ਕੀ ਸੰਗਤ ਦੇ, ਸੱਚ ਜਾਣੋ, ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਾਂਗੇ, ਗੁਰੂ ਦੀ ਸੰਗਤ ਨੂੰ ਮਿਲਾਂਗੇ, ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਬੜੇ ਦੁੱਖਾਂ ਪਾਪਾਂ ਦਾ ਆਪਣੇ ਆਪ ਹੀ ਨਾਸ਼ ਹੋਈ ਜਾਂਦਾ, ਬੰਦੇ ਨੂੰ ਪਤਾ ਨਹੀਂ ਲੱਗਦਾ, ਆਪਣੇ ਆਪ ਹੀ। ਭਾਗ ਵੱਡੇ ਤੈਂ ਪਾਇਓ ਤੂੰ ਭਰ ਭਰ ਪੀਓ ਕਬੀਰ। ਕਹਿੰਦੇ ਹੈ ਕਬੀਰ, ਹੁਣ ਕਹਿੰਦੇ ਉਹ ਜਿਹੜਾ ਕਬੀਰ ਦਾਵੈ ਦਾਜਣ ਹੋਤ ਹੈ, ਕੱਲ ਪੜ੍ਹੇ ਸੀ ਨਾ ਸ਼ਲੋਕ, ਜਦੋਂ ਬੰਦਾ ਝੂਠੇ ਦਾਅਵੇ ਬੰਨਦਾ ਫਿਰ ਇਹਦੇ ਅੰਦਰ ਈਰਖਾ ਦੀ ਅੱਗ, ਖਿੱਚ, ਸੜਨ ਪੈਦਾ ਹੋ ਜਾਂਦੀ ਹੈ। ਕਹਿੰਦੇ ਅੱਜ ਗੁਰੂ ਨੇ ਕਿਰਪਾ ਕਰ ਦਿੱਤੀ, ਉਹ ਜਿਹੜੀ ਖਿੱਚ ਸੀ ਅੰਦਰ, ਤੜਫ ਸੀ ਝੂਠੀ ਮੋਹ ਮਾਇਆ ਦੀ, ਉਹ ਖਤਮ ਹੋ ਗਈ। ਦਾਅਵੇ ਦਾਜਣ ਤੋਂ ਬਚ ਗਿਆ। ਚੰਗੇ ਭਾਗਾਂ ਨਾਲ ਤੈਨੂੰ ਇਹ ਪਰਮੇਸ਼ਰ ਦਾ ਨਾਮ ਰੂਪੀ ਜਲ, ਗਿਆਨ ਰੂਪੀ ਜਲ, ਗੁਰਮਤ ਰੂਪੀ ਜਲ ਮਿਲ ਗਿਆ। ਕਹਿੰਦੇ ਤੂੰ ਭਰ ਭਰ ਕੀ ਪੀਓ ਕਬੀਰ। ਕਹਿੰਦੇ ਹੁਣ ਨਾ ਤੂੰ ਬਸ ਭਰ ਭਰ ਕੇ ਪਿਆਲੇ, ਜਿਵੇਂ ਸ਼ਰਾਬੀ ਸ਼ਰਾਬ ਨਹੀਂ ਪੀਂਦਾ, ਪਿਆਲੇ ਭਰ ਭਰ ਕੇ, ਤੇ ਕਹਿੰਦੇ ਹੁਣ ਉਹ ਸਾਈਡ ਛੱਡ ਦੇ, ਹੁਣ ਅੰਮ੍ਰਿਤ ਪੀ ਲੈ, ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ। ਹੁਣ ਕਹਿੰਦੇ ਭਰ ਭਰ ਪੀਓ ਕਬੀਰ, ਗੁਰੂ ਘਰ ਆ, ਆਪਣੇ ਘਰ ਬੈਠ, ਤੇ ਫਿਰ ਵਾਹਿਗੁਰੂ 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 ਵਾਹਿਗੁਰੂ, ਇਹ ਪਿਆਲੇ ਭਰ ਭਰ ਕੇ ਪੀਣਾ। ਇਹ ਨਾਮ ਅੰਮ੍ਰਿਤ ਹੈ। ਵੱਡੇ ਭਾਗਾਂ ਵਾਲੇ ਬਣ ਜਾਈਦਾ ਜਦੋਂ ਅਸੀਂ ਇਸ ਤਰ੍ਹਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ। ਤੇ ਪਿਆਰਿਓ ਸੱਚ ਜਾਣੋ, ਮੈਂ ਘਰੋਂ ਮੱਥ ਕੇ ਆਉਣਾ ਹੁੰਨਾ ਵੀ ਅੱਜ ਘੱਟੋ ਘੱਟ 5-6 ਸ਼ਲੋਕਾਂ ਦੀ ਵਿਆਖਿਆ ਸੰਗਤ ਨਾਲ ਸਾਂਝ ਪਾਵਾਂਗੇ, ਪਰ ਇੱਕ ਸ਼ਲੋਕ ਦੀ ਉਹ ਵਿਆਖਿਆ ਹੋਈ ਹੈ। ਇਹ ਤਾਂ ਇੱਕ ਦੀ ਵੀ ਹੁੰਦੀ ਨਹੀਂ, ਇੱਕ ਦੀ ਕਿਹੜਾ ਪੂਰੀ ਹੋ ਗਈ, ਇੱਕ ਦੀ ਵੀ ਅਧੂਰੀ ਹੈ ਨਾ। ਕਿਉਂ? ਉਸ ਤਰ੍ਹਾਂ ਬਾਣੀ ਪੜ੍ਹਨੀ ਹੈ ਤਾਂ ਇੱਕ ਦਿਨ ਦੀ ਕਥਾ 'ਚ ਹੀ ਆਪਾਂ ਸਾਰੇ ਸ਼ਲੋਕ ਪੜ੍ਹ ਲਵਾਂਗੇ, ਜਿਹਨੂੰ ਚਲਤ ਵਿਆਖਿਆ ਕਹਿੰਦੇ ਆਪਾਂ। ਪੰਕਤੀਆਂ ਦੇ ਅਰਥ ਫਟਾਫਟ ਜਿਵੇਂ ਵਿਦਵਾਨਾਂ ਨੇ ਕਰੇ ਹੋਏ ਨੇ, ਉਹਨੂੰ ਪੜ੍ਹ ਦਿਓ ਤੇ ਅਰਥ ਹੋ ਗਏ, ਤੇ ਆਪਾਂ ਆਪਣੇ ਘਰਾਂ ਨੂੰ ਚਲੇ ਗਏ। ਜੇ ਸਾਡੇ ਅੰਦਰ ਕੋਈ ਉਪਦੇਸ਼ ਨਾ ਬੈਠਿਆ, ਉਹਨਾਂ ਅਰਥਾਂ ਦਾ ਕੋਈ ਲਾਭ ਨਹੀਂ। ਜਦੋਂ ਗੁਰਬਾਣੀ ਦਾ ਅਰਥ ਸਾਡੇ ਅੰਦਰ ਇੱਕ ਦਿਨ ਬੈਠ ਗਿਆ, ਉਦੋਂ ਲਾਭ ਹੋ ਜਾਣਾ। ਭਾਵੇਂ ਘੱਟ ਪੜ੍ਹੇ ਜਾਣ, ਪਰ ਲਾਭ ਹੋਵੇ। ਮੈਨੂੰ ਹੁਣ 1-2 ਸਿੰਘਾਂ ਨੇ ਇਹ ਵੀ ਹੁਕਮ ਕੀਤਾ, ਕਹਿੰਦੇ ਬਾਬਾ ਜੀ ਵੀ ਤੁਸੀਂ ਸ਼ਲੋਕਾਂ ਦੀ ਵਿਆਖਿਆ ਫਟਾਫਟ ਕਰਕੇ, ਭਗਤ ਕਬੀਰ ਜੀਆਂ ਦੀ, ਫਿਰ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਕਹਿੰਦੇ ਤੁਸੀਂ ਸਾਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਪਰਥਾਏ ਲੜੀਵਾਰ ਇਤਿਹਾਸ ਸੁਣਾਓ। ਠੀਕ ਹੈ, ਜਿਵੇਂ ਕੋਈ ਸੰਗਤ ਦਾ ਹੁਕਮ ਹੁੰਦਾ ਹੈ, ਅਸੀਂ ਤਾਂ ਗੁਰੂ ਘਰ ਦੇ ਸੇਵਕ ਗੋਲੇ ਬਣ ਕੇ ਡਿਊਟੀ ਨਿਭਾਉਣੀ ਹੈ। ਤੇ ਆਪਾਂ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਸ਼ੁਰੂ ਕਰ ਲਵਾਂਗੇ। ਆ ਸ਼ਲੋਕ ਜਿੰਨੇ ਨੇ ਇਹਨਾਂ ਨੂੰ ਆਪਾਂ ਚਲਤ ਅਰਥ ਕਰ ਲਵਾਂਗੇ। ਚਲਤ ਅਰਥ ਕਰਕੇ 1-2 ਦਿਨਾਂ 'ਚ ਸ਼ਲੋਕਾਂ ਦੇ ਜਿਹੜਾ ਆਪਾਂ ਅਰਥ ਹੋ ਜਾਣਗੇ, ਤੇ ਉਹ ਤੋਂ ਬਾਅਦ ਫਿਰ ਆਪਾਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ, ਤੇ ਉਹਦੇ ਮੁਤਾਬਕ ਆਪਾਂ ਇਤਿਹਾਸ ਸ਼ੁਰੂ ਕਰ ਲੈਂਦੇ ਹਾਂ। ਉਹ ਵੀ ਤਾਂ ਬਹੁਤ ਜ਼ਰੂਰੀ ਹੈ। ਸਾਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਹੈ, ਭਾਈ ਗੁਰਦਾਸ ਦੀਆਂ 12 ਨੇ, ਤੇ ਇਤਿਹਾਸ ਹੈ। ਆਪਾਂ ਫਿਰ ਉਹ ਵਿਚਾਰ ਲਵਾਂਗੇ। ਸਭ ਮਿੱਠਾ ਹੀ ਹੈ, ਆਨੰਦ ਹੀ ਆਨੰਦ ਹੈ, ਹੱਕ ਵੀ ਬਣਦਾ ਹੈ। ਮੇਰੇ ਕੋਲ ਤਾਂ ਟਾਈਮ ਨਹੀਂ, ਮੈਂ ਤੁਹਾਨੂੰ ਸੱਚ ਦੱਸਦਾ, ਮੇਰਾ ਜੀ ਬਹੁਤ ਕਰਦਾ ਹੈ। ਜੇ ਟਾਈਮ ਹੁੰਦਾ ਨਾ, ਮੇਰੀ ਇਸ ਵਾਰੀ ਸਲਾਹ ਸੀ ਵੀ ਪ੍ਰਭਾਤ ਫੇਰੀਆਂ ਪਾਵਾਂ, ਘੱਟੋ ਘੱਟ 8-9 ਪ੍ਰਭਾਤ ਫੇਰੀਆਂ ਤਾਂ ਪਾਵਾਂ, ਪਰ ਕਰਾਂ ਕੀ। ਹੁਣ ਅੱਜ ਵੀ ਅਸੀਂ ਜਾਣਾ ਹੈ ਪ੍ਰੋਗਰਾਮ ਤੇ, ਪਰ ਮੈਂ ਰਿਸਕ ਲੈ ਕੇ ਆਇਆ, ਮੈਂ ਤਿਆਰ ਹੀ ਹੋ ਕੇ ਆਇਆ, ਇੱਥੋਂ ਗੱਡੀ 'ਚ ਹੀ ਬੈਠ ਜਾਣਾ।
ਜਾਣਾ ਦੂਰ ਹੈ ਪ੍ਰੋਗਰਾਮ। ਤੇ ਕੱਲ ਨੂੰ ਅਸੀਂ ਸਵੇਰੇ 6 ਵਜੇ ਚਲੇ ਜਾਣਾ। ਕੱਲ ਨੂੰ ਕਥਾ ਨਹੀਂ ਹੋਣੀ, ਕੱਲ ਨੂੰ ਬਾਬਾ ਜੀ ਕਥਾ ਕਰਨਗੇ। ਤੇ ਤੁਸੀਂ ਨਾ ਵੱਧ ਤੋਂ ਵੱਧ ਦਰਬਾਰ ਦੀ ਹਾਜ਼ਰੀ ਭਰਿਆ ਕਰੋ। ਇਹਦੇ ਨਾਲ ਇੱਕ ਤਾਂ ਹੌਸਲਾ ਬਣਦਾ, ਕਿਉਂਕਿ ਜਿਹੜਾ ਨਾ ਦਰਬਾਰ ਸਾਹਿਬ ਦੀ ਸ਼ੋਭਾ ਗੁਰੂ ਦੀ ਸੰਗਤ ਨਾਲ ਹੈ। ਗੁਰੂ ਦੀ ਸੰਗਤ ਤੋਂ ਬਿਨਾਂ ਦਰਬਾਰ ਸਾਹਿਬ ਨਹੀਂ ਸ਼ੋਭਦੇ। ਫਿਰ ਆਪਣੇ ਕਰੋੜਾਂ ਅਰਬਾਂ ਲਾਏ ਕਿਸੇ ਲੇਖੇ ਨਹੀਂ ਜੇ ਅਸੀਂ ਇਹਨਾਂ ਦਰਬਾਰ ਸਾਹਿਬਾਂ ਦੀ ਸ਼ੋਭਾ ਨਹੀਂ ਆ ਕੇ ਵਧਾਉਣੀ। ਵੱਧ ਤੋਂ ਵੱਧ ਤੁਸੀਂ ਪਹੁੰਚਿਆ ਕਰੋ। ਮੈਂ ਤੁਹਾਡੀ ਖਾਤਰ ਔਖਾ ਹੋ ਲੂੰਗਾ, ਮੈਨੂੰ ਪਤਾ ਹੈ ਵੀ ਹੁਣ 200 ਕਿਲੋਮੀਟਰ ਅਸੀਂ ਜਾਣਾ ਹੈ, ਪਰ ਗੁਰੂ ਕੀ ਸੰਗਤ ਦਾ ਪਿਆਰ ਮਿਲੇ ਮੈਨੂੰ ਥਕੇਵਾਂ ਵੀ ਕੋਈ ਨਹੀਂ। ਪਰ ਤੁਸੀਂ ਸ਼ੋਭਾ ਵਧਾਓ, ਸ਼ਾਨ ਵਧਾਓ, ਵੱਧ ਤੋਂ ਵੱਧ ਗਿਣਤੀ ਵਿੱਚ ਆਓ। ਆਪਣਾ ਰਲ ਮਿਲ ਕੇ, ਇਹ ਆਪਣੀ ਸਾਂਝ ਹੈ ਗੁਰੂ ਦੀ ਹਜ਼ੂਰੀ 'ਚ। ਆਪਾਂ ਨੂੰ ਸਭ ਨੂੰ ਹੀ ਕੁਝ ਮਿਲਣਾ ਹੈ, ਇੱਥੋਂ ਗੁਰੂ ਦੀ ਬਖਸ਼ਿਸ਼ ਮਿਲਣੀ ਹੈ, ਗੁਰੂ ਦੀ ਕਿਰਪਾ ਮਿਲਣੀ ਹੈ। ਸੋ ਅੱਜ 2 ਮਿੰਟ ਪਹਿਲਾਂ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਤੇ ਆਪ ਜੀ ਸਾਰੀ ਸੰਗਤ ਦਾ ਧੰਨਵਾਦ ਹੈ। ਮਹਾਰਾਜ ਜੀ ਸਭ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਸਭ ਦੇ ਘਰਾਂ ਵਿੱਚ ਮਹਾਰਾਜ ਸੁੱਖ ਵਰਤਾਉਣ, ਨਗਰ ਖੇੜੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਰਬੱਤ ਦਾ ਭਲਾ ਹੋਵੇ, ਸਾਰੇ ਸੰਸਾਰ ਵਿੱਚ ਮਹਾਰਾਜ ਸੁੱਖ ਵਰਤਾਉਣ। ਤੇ ਖੰਡੇ ਕੀ ਪਹੁਲ ਲੈ ਕੇ ਅੰਮ੍ਰਿਤ ਜ਼ਰੂਰ ਛਕੋ। ਤੇ ਮੈਨੂੰ ਇਹ ਵੀ ਪਤਾ ਹੈ, ਜੇ ਹੁਣ ਮੈਂ ਪੁੱਛ ਲਵਾਂ ਵੀ ਤੁਸੀਂ ਕਿੰਨੇ ਜਣੇ ਅੰਮ੍ਰਿਤ ਛਕਣ ਨੂੰ ਤਿਆਰ ਹੋ, ਮੈਨੂੰ ਪਤਾ ਇਸ ਗੱਲ ਦਾ ਘੱਟੋ ਘੱਟ 15-20 ਸਰੀਰ ਤਿਆਰ ਨੇ ਇਸ ਵੇਲੇ ਅੰਮ੍ਰਿਤ ਛਕਣ ਨੂੰ। 15-20 ਸਰੀਰ ਆਪਣਾ ਮਨ ਬਣਾਈ ਬੈਠੇ ਨੇ, ਜੇ ਪ੍ਰੋਗਰਾਮ ਰੱਖ ਦਈਏ ਉਹਦੀ ਛਕ ਲੈਣਗੇ। ਖੈਰ ਕਰਦੇ ਆ ਕੋਸ਼ਿਸ਼, ਕਿਉਂਕਿ ਸਮਾਂ ਹੁੰਦਾ, ਜਦੋਂ ਸਮਾਂ ਬਣ ਜਾਵੇ, ਮਨ ਮੰਨ ਜਾਵੇ ਤੇ ਫਿਰ ਰੱਖ ਦੇਣਾ ਚਾਹੀਦਾ ਉਹਦੀ। ਤੇ ਆਪਾਂ ਕੋਸ਼ਿਸ਼ ਕਰਦੇ ਆ ਇਸ ਚੀਜ਼ ਦੀ। ਤੇ ਖੰਡੇ ਕੀ ਪਹੁਲ ਲੈ ਕੇ ਅੰਮ੍ਰਿਤ ਛਕੋ, ਵੱਡੇ ਭਾਗਾਂ ਵਾਲੇ ਬਣੋ, ਆਪਸੀ ਪਿਆਰ ਏਕਤਾ ਬਣਾ ਕੇ ਰੱਖੋ, ਇੱਕ ਦੂਜੇ ਦੀ ਮਦਦ ਕਰੋ, ਇੱਕ ਦੂਜੇ ਦੀ ਮਦਦ ਕਰੋ, ਕਿਸੇ ਨਾਲ ਈਰਖਾ ਨਾ ਕਰਿਆ ਕਰੋ। ਐਵੇਂ ਕਿਉਂ ਆਪਾਂ ਬੈਰ ਵਧਾਈਏ, ਕਿਉਂ ਆਪਾਂ ਕਿਸੇ ਨਾਲ ਈਰਖਾ ਕਰੀਏ। ਪਿਆਰ ਬਣਾ ਕੇ ਰੱਖੋ, ਇੱਕ ਦੂਜੇ ਦਾ ਭਲਾ ਸੋਚੋ, ਇੱਕ ਦੂਜੇ ਦੇ ਨਾਲ ਖੜੋ। ਤੇ ਨਗਰ ਨੂੰ ਇਹੋ ਜਿਹਾ ਬਣਾ ਲਓ ਵੀ ਬਾਹਰੋਂ ਆਇਆ ਬੰਦਾ ਸੋਚੇ ਵੀ ਇਹ ਉਹੀ ਨਗਰ ਹੈ, ਇਹੋ ਜਿਹਾ ਬਣਾਓ। ਫਿਰ ਮਨ ਖੁਸ਼ ਹੁੰਦਾ ਹੈ। ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਜੀ ਤੇ ਐਵੇਂ ਰੋੜੇ ਜੇ ਲਾਉਣ ਲੱਗ ਗਏ ਵੀ ਉਧਰ ਕੰਮ ਬਣਨ ਲੱਗ ਰਿਹਾ, ਆਪਾਂ ਬਣਨ ਨਹੀਂ ਦੇਣਾ ਤੇ ਉਹਦਾ ਖਰਾਬ ਕਰ ਦਿਓ, ਐ ਕਰ ਦਿਓ, ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਬੰਦਿਆਂ ਵਾਲੇ ਗੁਣ ਹੁੰਦੇ ਨੇ ਬੰਦੇ 'ਚ। ਨਾ, ਜਿਹੜਾ ਬੰਦਾ ਕੋਈ ਕੰਮ ਦੇ ਵਿੱਚ ਰੋੜਾ ਬਣਦਾ ਹੈ, ਕਿਸੇ ਦੇ ਵੀ ਕੰਮ 'ਚ, ਕੋਈ ਇੱਕ ਕੰਮ ਨਹੀਂ, ਕਿਸੇ ਦੇ ਵੀ ਕੰਮ ਨੂੰ ਵਿਗਾੜਦਾ ਹੈ, ਉਹ ਆਪਣਾ ਬਹੁਤ ਨੁਕਸਾਨ ਕਰਾ ਲੈਂਦਾ ਬੰਦਾ। ਉਹਦੇ 'ਚ ਅਜੇ ਬੰਦਿਆਂ ਵਾਲੀ ਸੋਚ ਹੀ ਨਹੀਂ ਆਈ। ਉਦੋਂ ਮਨ ਨੂੰ ਇਉਂ ਜੇ ਲੱਗਦਾ ਵੀ ਇੰਨੀ ਕਥਾ ਹੋਣੀ, ਇੰਨਾ ਕੀਰਤਨ ਹੋਣਾ, ਇੰਨੀਆਂ ਗੁਰਮਤ ਦੀਆਂ ਵਿਚਾਰਾਂ ਹੋਣੀਆਂ ਵੀ ਟੱਸ ਤੋਂ ਮੱਸ ਹੀ ਨਹੀਂ ਹੁੰਦਾ। ਫਿਰ ਬੰਦਾ ਵੀ ਸਮਝਣੇ ਨਹੀਂ ਚਾਹੁੰਦਾ। ਉਹ ਨਾ ਕਰਿਆ ਕਰੋ। ਪਿਆਰ ਏਕਤਾ ਬਣਾਓ, ਇੱਕ ਦੂਜੇ ਦੀ ਮਦਦ ਕਰਨੀ ਸਿੱਖੋ। ਕਦੇ ਇਹੋ ਜਿਹੇ ਰੋੜੇ ਜੇ ਉਹੀ ਬੁਰੀਆਂ ਜੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਕਿਉਂ ਕਰੀਏ ਆਪਾਂ? ਕਿਉਂ ਆਪਣੇ ਪਰਿਵਾਰ ਵਾਸਤੇ, ਆਪਣੇ ਬੱਚਿਆਂ ਵਾਸਤੇ ਕਿਉਂ ਪੁੱਠੇ ਪਾਸੇ ਜਾਈਏ? ਨਾ, ਜੋ ਹੋ ਰਿਹਾ ਠੀਕ ਹੋ ਰਿਹਾ, ਸਹੀ ਜਿਹੜਾ ਹੈਗਾ ਆਪਾਂ ਨੂੰ ਜੀਵਨ ਬਤਾਉਣਾ ਚਾਹੀਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ
शब्द धरो प्यारो साचा नाम मेरा आधारो। वाजे पंच शब्द तित घर सुभागै, घर सुभागै शब्द वाजे कला जित घर धारिया। पंच दूत तुद वस कीते काल कंटक मारिया। तुर कर्म पाया तुद जिन कहो से नाम हर कै लागे। कह नानक तह सुख होआ तित घर अनहद वाजे। आनंद सुनो बड़ भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन भये सरसे पूरे गुर ते जानी। सुनते पुनीत कहते पवित सतगुर रहया भार पूरे। बिनवंत नानक गुर चरण लागे वाजे अनहद तूरे सलोक। पवन गुरु पाणी पिता माता धरत महत। दिवस रात दोए दाई दाया खेलै सागल जगत। चंगियाइयां बुरियाइयां वाचै धर्म हदूर। करमी आपो अपनी के नेड़े के दूर। जिनी नाम ते आया गए मशक्कत काल। नानक ते मुख उजले चेती छुट्टी नाल। जिनी नाम ते आया गए मशक्कत काल। नानक ते मुख उजले केती छुट्टी नाल। वाहिगुरु जी का खालसा वाहिगुरु जी की फतेह।